ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸਮਾਲੇ। ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਵਣ ਹਾਰੇ। ਕੇਤੇ ਰਾਗ ਪਰੀ ਸਿਉ ਕਹੀਅਨ, ਕੇਤੇ ਗਾਵਣ ਹਾਰੇ। ਗਾਵਹਿ ਤੋਨੋ ਪਉਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਹਿ ਚਿਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸ਼ਰ ਬਰਮਾ ਦੇਵੀ, ਸੋਹਣ ਸਦਾ ਸਵਾਰੇ। ਗਾਵਹਿ ਇੰਦ ਇੰਦਾਸਨ ਬੈਠੇ, ਦੇਵਤਿਆਂ ਧਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਗਾਵਨ ਪੰਡਤ ਪੜਨ ਰਖੀ ਸਰ, ਜੁਗ ਜੁਗ ਵੇਦਾ ਨਾਲੇ। ਗਾਵਹਿ ਮੋਹਣੀਆਂ ਮਨ ਮੋਹਣ, ਸੁਰਗਾ ਮਛ ਪਿਆਲੇ। ਗਾਵਨ ਰਤਨੋ ਪਾਏ ਤੇਰੇ, 68 ਤੀਰਥ ਨਾਲੇ। ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ। ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸਈ ਤੁਧਨੋ ਗਾਵਹਿ ਜੋ ਤੁਧ ਪਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਣ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜ਼ਾਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜ਼ਾਈ। ਸੋ ਆਪਾਂ ਸਾਰਿਆਂ ਨੇ ਬੜੇ ਪਿਆਰ ਅਤੇ ਟਿਕਾ ਦੇ ਨਾਲ ਬੈਠ ਕੇ ਜਪਜੀ ਸਾਹਿਬ ਜੀ ਦੀ 27ਵੀਂ ਨੰਬਰ ਦਾ ਪਾਠ ਸਰਵਣ ਕੀਤਾ ਹੈ। We have just listened to the part of the 27th ਪੌੜੀ of Japji Sahib. So let us begin breaking down this ਪੌੜੀ to see what Guru Pasha is trying to explain to us. ਆਓ ਜਪਜੀ ਸਾਹਿਬ ਜੀ ਦੀ ਇਸ ਪੌੜੀ ਦੇ ਵਿਚਾਰ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਕਿ ਗੁਰੂ ਪਾਤਸ਼ਾਹ ਇਸ ਪੌੜੀ ਦੇ ਵਿੱਚ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ। ਸੋ ਪੌੜੀ ਦੀ ਸ਼ੁਰੂਆਤ ਹੁੰਦੀ ਹੈ ਗੁਰੂ ਪਾਤਸ਼ਾਹ putting forth a question. ਵੀ ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। At that time, people used to have different depictions of God's court. ਉਸ ਵੇਲੇ ਜਿਸ ਮਾਹੌਲ ਦੇ ਵਿੱਚ, ਜਿਸ ਖਿੱਤੇ ਦੇ ਵਿੱਚ ਗੁਰੂ ਪਾਤਸ਼ਾਹ ਨੇ ਜ਼ਿੰਦਗੀ ਨੂੰ ਐਕਸਪੀਰੀਅੰਸ ਕੀਤਾ, ਉਸ ਖਿੱਤੇ ਦੇ ਲੋਕ ਇਹਨਾਂ ਗੱਲਾਂ ਦੇ ਵਿੱਚ ਵਿਸ਼ਵਾਸ ਰੱਖਦੇ ਸਨ ਕਿ ਰੱਬ ਕਿਤੇ 7ਵੇਂ ਅਸਮਾਨ ਤੇ ਬੈਠਾ ਹੈ, ਉਹਦਾ ਦਰਬਾਰ ਇਦਾਂ ਦਾ ਹੈ। ਤੇ ਗੁਰੂ ਪਾਤਸ਼ਾਹ ਇਹ ਉਦਾਹਰਨ ਵਰਤਦੇ ਨੇ ਕਿ ਦੁਨੀਆ ਦੇ ਲੋਕ ਇਦਾਂ ਮੰਨਦੇ ਹਨ। ਪਾਤਸ਼ਾਹ says that the people of this society, the people of this area believe in this belief that God is sitting somewhere in heaven and his court is up in the sky.
Now Guru Pasha is depicting that court. It is not their opinion. Guru Pasha is bringing forth the opinion, the belief of the people of that time. ਇਹ ਗੁਰੂ ਪਾਤਸ਼ਾਹ ਦੀ ਗੱਲ ਨਹੀਂ ਵੀ ਵਾਜੇ ਨਾਦ ਅਨੇਕ ਅਸੰਖਾ ਕੀਤੀ ਬਾਵਣ ਹਾਰੇ, ਨਹੀਂ, ਇਹ ਉਸ ਵੇਲੇ ਦੇ ਲੋਕ ਮੰਨਦੇ ਸਨ। ਬੇੜਾ ਬਹਿ ਜੇ ਸਾਡੇ ਇਤਿਹਾਸਕਾਰਾਂ ਦਾ, ਕਵੀ ਸੰਤੋਖ ਸਿੰਘ ਵਰਗੇ, people like Kavi Santok Singh, who wrote Suraj Prakash Granth, the Granth that a lot of our people say it is the greatest historical text. This Granth is the key to unlocking our history. ਜਿਹੜੇ ਲੋਕ ਕਹਿੰਦੇ ਨਾ ਵੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਜੀ ਇਤਿਹਾਸ ਬੜਾ ਲਿਖਿਆ ਜੀ, ਅਸੀਂ ਸੂਰਜ ਪ੍ਰਕਾਸ਼ ਗ੍ਰੰਥ ਬਿਨਾਂ ਰਹਿ ਨਹੀਂ ਸਕਦੇ। ਪਤਾ ਕਵੀ ਸੰਤੋਖ ਸਿੰਘ ਇਸ ਪੌੜੀ ਦੇ ਸੰਬੰਧ ਵਿੱਚ ਕੀ ਲਿਖਦੇ ਨੇ? Kavi Santok Singh writes that when Guru Pasha went into the river for 3 days, ਜਿੱਦਾਂ ਆਪਾਂ ਸੁਣਦੇ ਆ ਗੁਰੂ ਪਾਸ਼ਾ ਨਦੀ ਦੇ ਵਿੱਚ ਗਏ ਸਨ, ਉਹ ਅਲੋਪ ਹੋ ਗਏ ਸਨ, 3 ਦਿਨਾਂ ਲਈ ਨਹੀਂ ਆਏ। ਤਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿੰਦੇ ਨੇ ਜਦੋਂ ਗੁਰੂ ਪਾਸ਼ਾ ਇਦਾਂ ਨਦੀ ਦੇ ਵਿੱਚ ਗਏ, when Guru Pasha went into the river, now we do not believe in these things, ਸਾਡਾ ਮੰਨਣਾ ਨਹੀਂ, ਕਵੀ ਸੰਤੋਖ ਸਿੰਘ ਇਦਾਂ ਲਿਖਦਾ ਹੈ। But for reference, Kavi Santok Singh is writing this in his text. He said Guru Sahib disappeared into the river and then they went to Sachkhand. They went to God's court. ਕਵੀ ਸੰਤੋਖ ਸਿੰਘ ਲਿਖਦੇ ਨੇ ਵੀ ਜਦੋਂ ਗੁਰੂ ਪਾਤਸ਼ਾਹ ਅਲੋਪ ਹੋਏ ਉਹ ਸੱਚਖੰਡ ਵਿੱਚ ਗਏ ਤੇ ਜਦੋਂ ਉਹਨਾਂ ਨੇ ਆਲੇ ਦੁਆਲੇ ਦੇ ਮਾਹੌਲ ਨੂੰ ਵੇਖਿਆ, when Guru Pasha looked at the environment, then they uttered this ਸ਼ਬਦ। ਹੱਦ ਹੋ ਗਈ ਯਾਰ, ਜਦੋਂ ਗੁਰੂ ਪਾਤਸ਼ਾਹ ਕਹਿੰਦੇ ਨੇ ਗਏ, ਉਹਨਾਂ ਨੇ ਮਾਹੌਲ ਵੇਖਿਆ, ਫਿਰ ਉਹਨਾਂ ਨੇ ਆਹ ਸ਼ਬਦ ਉਚਾਰਨ ਕੀਤਾ ਵੀ ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾਂ ਕੀਤੇ ਵਾਵਣਹਾਰੇ। ਯਾਨੀ ਕਿ ਗੁਰੂ ਪਾਤਸ਼ਾਹ ਵੱਲੋਂ ਇਹ ਕਹਾਉਣਾ ਚਾਹੁੰਦੇ ਹਨ ਵੀ ਅਸੀਂ ਇਹਨਾਂ ਮਨੌਤਾਂ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ। Through our Guru Pashas, they want us to say that we believe in these mythological references. We believe in these mythological stories. But nahi, what Guru Pasha wants to explain to us is the people believe in this. In God's court, the Hindus believe that in God's court, Vajay Naad Anek Asankhan Kitte Vavanahare, there is music going on there. Kitte Raag Parisyon Kahiyan, Kitte Gavanahare. ਇਹ ਹਿੰਦੂਆਂ ਦਾ ਮੰਨਣਾ ਹੈ, ਪੁਜਾਰੀਆਂ ਦਾ ਮੰਨਣਾ ਸੀ ਵੀ ਰੱਬ ਦੇ ਦਰਬਾਰ ਵਿੱਚ ਇਹੋ ਜਿਹਾ ਮਾਹੌਲ ਹੈ ਵੀ ਉੱਥੇ ਰਾਗਾਂ ਗਾਉਂਦੀਆਂ ਹਨ। There are angels singing God's praises in the form of rags, in the form of musical scales. ਗਾਵਹਿ ਤੁਨੋ ਪੌਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦਵਾਰੈ। ਹੁਣ ਇੱਕ ਛੋਟਾ ਜਿਹਾ ਸਵਾਲ ਹੈ, I would like to ask you a question. Has anyone ever seen the air sing before, physically sing? Has anyone seen water sing before? Has anyone seen the fire sing before? No, right? So how can Guru Pasha say these things? Obviously, they are giving examples of that time. ਕਿਸੇ ਨੇ ਏਦਾਂ ਹਵਾ ਨੂੰ ਗਾਉਂਦਿਆਂ ਵੇਖਿਆ, ਪਾਣੀ ਨੂੰ ਗਾਉਂਦਿਆਂ ਵੇਖਿਆ, ਅੱਗ ਨੂੰ ਗਾਉਂਦਿਆਂ ਵੇਖਿਆ? ਨਹੀਂ। ਗੁਰੂ ਪਾਤਸ਼ਾਹ ਉਦਾਹਰਨ ਵਰਤਦੇ ਨੇ, ਕਹਿੰਦੇ ਨੇ ਇਹ ਲੋਕ ਮੰਨਦੇ ਹਨ ਵੀ ਪਵਨ ਦੇਵਤਾ ਏਦਾਂ ਗਾਉਂਦਾ ਹੈ। They used to say that the air is a goddess and is singing in the court of God. The water is a goddess and it is singing. ਪਾਣੀ ਦੇਵਤਾ ਗਾ ਰਿਹਾ ਹੈ, ਅਗਨ ਦੇਵਤਾ ਗਾ ਰਿਹਾ ਹੈ। The fire is a god and he is singing in the court of God. ਤੇ ਗਾਵੇ ਰਾਜਾ ਧਰਮ ਦਵਾਰੇ, ਵੀ ਇੱਕ ਧਰਮਰਾਜ ਬਿਠਾ ਦਿੱਤਾ ਤੇ ਧਰਮਰਾਜ ਵੀ ਰੱਬ ਨੂੰ ਗਾਉਂਦਾ ਹੈ। And they said that ਧਰਮਰਾਜ, the god of righteousness, the judge of righteousness, he is also singing God's praises. Now, these are topics that we will cover in the coming weeks because there are many shabds in Guru Granth Sahib Ji where we can khul ke do vyakhya of Dharmaraj, of all these mythological beings. But just for short, Gurbani does not believe that Dharmaraj is sitting somewhere in God's court. Guru Pasha says that that judge of righteousness is within you. ਇਹ ਵਿਆਖਿਆ ਆਪਾਂ ਆਉਣ ਵਾਲਿਆਂ ਦਿਨਾਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਖੁੱਲ ਕੇ ਤੁਹਾਡੇ ਸਾਹਮਣੇ ਰੱਖਾਂਗੇ ਕਿਉਂਕਿ ਬਹੁਤ ਸਾਰੇ ਸ਼ਬਦ ਹਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਵਿੱਚ ਧਰਮਰਾਜ ਦਾ ਜ਼ਿਕਰ ਆਉਂਦਾ ਹੈ, ਜਮਰਾਜ ਦਾ ਜ਼ਿਕਰ ਆਉਂਦਾ ਹੈ, ਜਿੱਥੇ ਖੁੱਲ ਕੇ ਅਸੀਂ ਵਿਆਖਿਆ ਕਰ ਸਕਦੇ ਹਾਂ। ਪਰ ਇੱਥੇ
ਟੂਕ ਮਾਤਰ ਮੈਂ ਗੱਲ ਕਰਨੀ ਚਾਹਾਂਗਾ ਕਿ ਗੁਰਬਾਣੀ ਨਹੀਂ ਮੰਨਦੀ ਵੀ ਧਰਮਰਾਜ ਕਿਤੇ ਬੈਠਾ ਤੁਹਾਨੂੰ ਵਾਚਦਾ ਹੈ। ਨਹੀਂ, ਗੁਰਬਾਣੀ ਤਾਂ ਕਹਿੰਦੀ ਆ ਵੀ ਨਾਨਕ ਜੀ ਉਪਾਏ ਕੈ ਲਿਖ ਨਾਵੈ ਧਰਮ ਬਹਾਲਿਆ। ਤੇਰੇ ਵਿੱਚ ਹੀ ਆ ਸਾਰਾ ਕੁਝ ਚੱਲਦਾ। ਯਾਨੀ ਕਿ ਸਾਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਇੱਕ ਉਦਾਹਰਨ ਵਰਤ ਰਿਹਾ ਵੀ ਆਹ ਲੋਕੀ ਮੰਨਦੇ ਆ ਕਿ ਰੱਬ ਦਾ ਦਰਬਾਰ ਇਦਾਂ ਦਾ ਹੈ। ਗਾਵੇ ਰਾਜਾ ਧਰਮ ਦੁਆਰੇ, ਗਾਵਨ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। And they said Vichitragupta is also there as well. They used to say Vichitragupta are two, like we used to see in commercials, right? One is an angel on your shoulder, one is a devil on your shoulder. The Hindu Granths used to say that there are two beings on your shoulder. One is telling you to do right, one is telling you to do wrong, and then they write that account. What you did right, what you did wrong, and then they go and give it to Dharmaraj after you die. ਵੀ ਚਿੱਤਰਗੁਪਤ ਦਾ ਮੰਨਦੇ ਸੀ ਵੀ ਦਾ ਦੋ ਤੁਹਾਡੇ ਮੋਢਿਆਂ ਤੇ ਬੈਠੇ ਆ, ਤੁਹਾਡੇ ਦਾ ਚੰਗੇ ਮਾੜੇ ਕਰਮ ਲਿਖੀ ਜਾਂਦੇ ਆ ਤੇ ਫਿਰ ਮਰਨ ਤੋਂ ਬਾਅਦ ਉਹ ਅਕਾਊਂਟ ਫਿਰ ਧਰਮਰਾਜ ਨੂੰ ਦਿੰਦੇ ਆ ਵੀ ਆ ਸਜ਼ਾ ਦੇ ਇਹਨੂੰ ਜਾਂ ਇਹਨੂੰ ਕੋਈ ਅਵਾਰਡ ਦੇ। ਪਰ ਪਾਤਸ਼ਾਹ ਕਹਿੰਦੇ ਨੇ ਨਹੀਂ ਯਾਰ ਇਦਾਂ ਨਹੀਂ। ਗੁਰੂ ਪਾਤਸ਼ਾਹ ਸੇ ਨੋ, ਚਿੱਤਰਗੁਪਤ ਇਜ਼ ਆਲਸੋ ਇਨਸਾਈਡ ਆਫ ਯੂ ਐਜ਼ ਵੈਲ। ਵੀ ਦੇ ਕਿਵਾਰ ਅਨਕ ਪੜਦੇ ਮੈਂ ਪਰਦਾਰਾ ਸੰਗ ਫੱਕ है, चित्रगुप्त जब लेखा मांगे तब कौन पढ़दा तेरा टक है। मतलब अंदर ही आ चलदा सारा कुछ। गावे है ईश्वर ब्रह्मा देवी सोहन सदा सवारे। Like we covered in the previous podium, Guru Pasha did not believe in these gods and goddesses. पिछलियां वीडियो विच भी आपां बहुत बार बेनती कीती कि गुरु पातशाह ने नहीं यकीन कीता इन्हां उत्ते कि कोई ईश्वर हैगा या कोई शिव हैगा या कोई इंद्र हैगा या कोई दा ब्रह्मा हैगा या कोई विष्णु हैगा। इदां नहीं, ये तां आले दुआले दे लोक मनदे सन। गुरु पातशाह ने तां सिद्धी आप दी गल कीती यार, हिंदू अन्ना तुरकू काणा दोहां ते ज्ञानी सियाणा। जो भगत नामदेव जी वर्गे तां डंके दी चोट ते कहंदे भी हों तो एक रमैया ले हूं। मैनू तां इक्को जे निजम दी समझ होनी चाहिदी है, बाकी आ सारा कुछ तुसीं लै सकदे हो मेरे कोलों। आन देव बदलावन देहो, मैं तां सारे देवी देवते देण नूं तैयार हां। गावह ईश्वर ब्रह्मा देवी सोहन सदा सवारे, गावन इंद इंदासन बैठे देवत्यां दर नाले। They said we Indra is also there, the god of the heavens. He is there singing in the court of God. Meaning that is what the people of that samaj, that people of that society used to believe. Because Indra भी हैगा उत्थे, वो भी गाउंदा यार रब नूं, ਉਹ ਸਵਰਗਾਂ ਦਾ ਮਾਲਕ ਹੈ ਨਾ। ਗਾਵ ਹੈ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ। ਫਿਰ ਪਾਸ਼ਾ ਕਹਿੰਦੇ ਗਾਵਨ ਸਿੱਧ ਸਮਾਧੀ ਅੰਦਰ, ਗਾਵਨ ਤੁਧ ਨੂੰ ਵੀਰ ਕਰਾਰੇ। ਪਾਸ਼ਾ said that the yogis were also there singing God's praises, meaning that is what the people of the world used to believe। ਕਹਿੰਦੇ ਨੇ ਵੀ ਉੱਥੇ ਸਿੱਧ ਵੀ ਹੈਗੇ ਆ, ਉੱਥੇ ਤਰ੍ਹਾਂ ਤਰ੍ਹਾਂ ਦੇ ਯੋਧੇ ਹੈਗੇ ਆ ਜਿਹੜੇ ਰੱਬ ਜੀ ਨੂੰ ਗਾਉਂਦੇ ਆ। ਤੇ ਪਾਤਸ਼ਾਹ ਕਹਿੰਦੇ ਨੇ ਗਾਵਨ ਸਿੱਧ ਸਮਾਧੀ ਅੰਦਰ, ਗਾਵਨ ਹੈ ਸਾਧ ਵਿਚਾਰੇ। ਵੀ there are yogis there as well singing God's praises। ਵੀ ਉੱਥੇ ਜੋਗੀ ਵੀ ਇਕੱਠੇ ਹੋਏ ਆ। ਇਹ ਤੁਹਾਨੂੰ ਨਹੀਂ ਲੱਗਦਾ ਵੀ ਦਾ ਕੋਈ ਹੋਰ ਤਰ੍ਹਾਂ ਦਾ ਮਾਹੌਲ ਹੀ ਉਹ ਸਾਡੇ ਸਾਹਮਣੇ ਰੱਖਣਾ ਚਾਹੁੰਦੇ ਸੀ, जिस माहौल दे बारे गुरु पातशाह ने सवाल उठाया भी इदां नहीं, रब दे दरबार विच इदां किदां हो सकदा यार। गावह जति सती संतोखी, गावह वीर करारे। There are different types of religious sects, there are leaders that are singing God's praises there, there are warriors who are singing God's praises there। उत्ते कहंदे ने भी तरह तरह दे जति रब दी सिफत कर रहे हैं, सती रब ਦੀਆਂ ਸਿਫਤਾਂ ਕਰਦੇ ਹਨ। ਤਰ੍ਹਾਂ ਤਰ੍ਹਾਂ ਦੇ ਯੋਧੇ ਹਨ ਜਿਹੜੇ ਰੱਬ ਦੇ ਗੁਣ ਗਾਉਂਦੇ ਹਨ ਉੱਥੇ। ਗਾਵਨ ਪੰਡਿਤ ਪੜ੍ਹਨ ਰਖੀਸਰ ਜੁਗ ਜੁਗ ਵੇਦਾਂ ਨਾਲੇ। There are pandits there who are singing God's praises with the Vedas, with their religious texts। ਉੱਥੇ ਕਹਿੰਦੇ ਨੇ ਪੰਡਿਤ ਵੀ ਤਰ੍ਹਾਂ ਤਰ੍ਹਾਂ ਦੇ, ਰਖੀਸਰ ਮਤਲਬ ਮਹਾਨ ਰਿਸ਼ੀ ਜਿਹੜੇ ਏਦਾਂ ਵੇਦਾਂ ਨੂੰ ਨਾਲ ਲੈ ਕੇ ਰੱਬ ਦੇ ਗੁਣ ਗਾ ਰਹੇ ਹਨ। गावे मोहनिया मन मोहन सुरगा मश प्याले। There are beautiful women who are singing God's praises there, women who
enchant the people of the heavens, women who enchant the people of the world, women who enchant the people of the underworld. Meaning, yaar, can Guru Pasha depict this kind of scene and say this is what's happening in God's court? ਵੀ ਤਰ੍ਹਾਂ ਤਰ੍ਹਾਂ ਦੀਆਂ ਸੋਹਣੀਆਂ ਇਸਤਰੀਆਂ ਹਨ ਜਿਹੜੀਆਂ ਇਦਾਂ ਮਨ ਨੂੰ ਮੋਹਣ ਵਾਲੀਆਂ ਹਨ, ਰੱਬ ਦੇ ਉਹ ਗੁਣ ਗਾ ਰਹੇ ਹਨ। ਵੀ ਸਵਰਗ ਲੋਕਾਂ ਨੂੰ ਵੀ, ਉਹ ਜਿਹੜੇ ਲੋਕ ਸਵਰਗ ਦੇ ਵਿੱਚ ਰਹਿੰਦੇ ਹਨ ਉਹਨਾਂ ਨੂੰ ਵੀ ਭਾਉਂਦੀਆਂ ਹਨ, ਜਿਹੜੇ ਸ੍ਰਿਸ਼ਟੀ ਤੇ ਲੋਕ ਰਹਿੰਦੇ ਹਨ ਉਹਨਾਂ ਨੂੰ ਵੀ ਭਾਉਂਦੀਆਂ ਹਨ, ਜਿਹੜੇ ਪਤਾਲਾਂ ਦੇ ਵਿੱਚ ਰਹਿੰਦੇ ਹਨ ਉਹਨਾਂ ਨੂੰ ਵੀ ਭਾਉਂਦੀਆਂ ਹਨ। ਮਤਲਬ ਇਦਾਂ ਦੀਆਂ ਗੱਲਾਂ ਗੁਰੂ ਪਾਤਸ਼ਾਹ ਲਿਖ ਸਕਦੇ ਹਨ ਵੀ ਆਹ ਕੁਝ ਹੋ ਰਿਹਾ ਰੱਬ ਦੇ ਦਰਬਾਰ ਦੇ ਵਿੱਚ। ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ, ਕਹਿੰਦੇ ਨੇ ਤਰ੍ਹਾਂ ਤਰ੍ਹਾਂ ਦੇ ਭਗਤ ਹਨ। there are different devotees who are singing God's praise। ਕਹਿੰਦੇ ਨੇ 68 ਤੀਰਥ ਨਾਲੇ, ਉੱਥੇ 68 ਤੀਰਥ ਵੀ ਰੱਬ ਨੂੰ ਗਾਉਂਦੇ ਆ ਵੀ they are the 68 holy places that are also singing God's praises। ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ। we like different great warriors throughout the mythos, throughout mythology, who are also singing God's praises। ਤਰ੍ਹਾਂ ਤਰ੍ਹਾਂ ਦੇ ਮਿਥਿਹਾਸਕ ਯੋਧੇ ਵੀ ਇਦਾਂ ਰੱਬ ਦੀਆਂ ਸਿਫਤਾਂ ਕਰ ਰਹੇ ਹਨ। ਗਾਵੈ ਖਾਣੀ ਚਾਰੇ, and all the creatures, all the beings are singing God's praise। ਕਹਿੰਦੇ ਚਾਰੇ ਖਾਣੀਆਂ ਰੱਬ ਨੂੰ ਗਾ ਰਹੀਆਂ ਹਨ। ਇੱਥੋਂ ਚੰਗੀ ਤਰ੍ਹਾਂ ਸਾਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਗੁਰੂ ਪਾਤਸ਼ਾਹ ਤਾਂ ਆਉਣ ਵਾਲੀਆਂ ਪੌੜੀਆਂ ਦੇ ਵਿੱਚ ਵੀ ਆਪਾਂ ਗੱਲ ਕਰਨੀ ਹੈ, ਪਰ ਉਹ ਤਾਂ ਕਹਿੰਦੇ ਨੇ ਵੀ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੀ ਪਾਤ ਨੇ। ਇਦਾਂ ਕਿੱਦਾਂ ਲਿਖ ਸਕਦੇ ਹਨ? ਚਾਰੇ ਖਾਣੀਆਂ ਰੱਬ ਨੂੰ ਗਾਉਂਦੀਆਂ ਹਨ, ਮਤਲਬ ਉਹਨਾਂ ਦੀ ਗੱਲ ਕਰਦੇ ਹਨ। ਆਲੇ ਦੁਆਲੇ ਦੇ ਮਾਹੌਲ ਦੇ ਵਿੱਚ ਜਿਹੜੇ ਲੋਕ ਸਨ ਉਹਨਾਂ ਦੀਆਂ ਮਨੋਤਾਂ ਦੇ ਉੱਤੇ ਗੱਲ ਕਰਦੇ ਹਨ ਕਿ ਇਦਾਂ ਮੰਨਦੇ ਆ ਲੋਕੀ। the people of the world believe that this is the scene in God's court। ਗਾਵ ਹੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ, with the solar systems are there singing God's praises। ਵੀ ਜਿੱਦਾਂ ਹਿੰਦੂਆਂ ਗ੍ਰੰਥਾਂ ਦਾ ਮੰਨਣਾ ਸੀ, ਪੁਜਾਰੀਆਂ ਦਾ ਮੰਨਣਾ ਸੀ ਕਿ ਉੱਥੇ ਗਲੈਕਸੀਆਂ ਵੀ ਉਹ ਰੱਬ ਦੇ ਗੁਣ ਗਾ ਰਹੀਆਂ ਹਨ। ਸਹੀ ਤੁਧ ਨੂੰ ਗਾਵਨ। ਫਿਰ ਪਾਤਸ਼ਾਹ ਕਹਿੰਦੇ ਨੇ ਵੀ in reality this is the scene in God's court that is the imagination of the pujari structure। ਕਹਿੰਦੇ ਨੇ ਪੁਜਾਰੀ ਦੇ ਦਿਮਾਗ ਦੀ ਕਾਢ ਹੈ ਇਹ ਵੀ ਆ ਸੀਨ ਹੈ ਰੱਬ ਦੇ ਦਰਬਾਰ ਦੇ ਵਿੱਚ, ਤੇ ਪੁਜਾਰੀ ਹੀ ਡਿਸਾਈਡ ਕਰਦਾ ਹੈ ਕਿ ਕਿਹਨਾਂ ਨੂੰ ਮੈਂ ਰੱਖਣਾ ਵਿੱਚ ਤੇ ਕਿਹਨਾਂ ਨੂੰ ਮੈਂ ਨਹੀਂ ਰੱਖਣਾ। and the pujari decides who will I keep in God's court and who will I kick out। ਸਹੀ ਤੁਧ ਨੂੰ ਗਾਵਣ, those are the ones who sing God's praises। the ਪੁਜਾਰੀ ਵਾਲਾ ਰੱਬ, the God that is an imagination of the religious clergy, only those are allowed to sing that God's praises who the pujari accepts as his own। ਕਹਿੰਦੇ ਨੇ ਉਹੀ ਪੁਜਾਰੀ ਵਾਲੇ ਰੱਬ ਦੀਆਂ ਸਿਫਤਾਂ ਗਾ ਸਕਦੇ ਹਨ, ਉਹੀ ਪੁਜਾਰੀ ਵਾਲੇ ਰੱਬ ਦੇ ਗੁਣ ਗਾ ਸਕਦੇ ਹਨ ਜਿਹੜੇ ਲੋਕ ਪੁਜਾਰੀ ਨੂੰ ਭਾਉਂਦੇ ਹਨ, ਜਿਨ੍ਹਾਂ ਨੂੰ ਪੁਜਾਰੀ ਵਰਤ ਸਕਦਾ ਹੈ। ਸਹੀ ਤੁਧ ਨੂੰ ਗਾਵਨ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਹੋਰ ਕਿਤੇ ਗਾਵਣ, ਕਹਿੰਦੇ ਨੇ ਪੁਜਾਰੀ ਨੇ ਹੋਰ ਵੀ ਇਦਾਂ ਕਾਢਾਂ ਕੱਢ ਦੇਣੀਆਂ ਹਨ, ਆ ਵੀ ਗਾਉਂਦਾ ਜੀ, ਉਹ ਵੀ ਗਾਉਂਦਾ ਜੀ, ਆ ਵੀ ਹੋਇਆ ਜੀ, ਉਹ ਵੀ ਹੋਇਆ ਜੀ। ਹੋਰ ਕਿਤੇ ਗਾਵਣ ਸੇ ਮੈਂ ਚੇਤਨਾ ਆਵਨ, ਮੈਨੂੰ ਤਾਂ ਪਤਾ ਨਹੀਂ ਵੀ ਕਿਹੋ ਜਿਹੀਆਂ ਕਾਢਾਂ ਪੁਜਾਰੀ ਨੇ ਕੱਢ ਦੇਣੀਆਂ ਹੈ। ਪੁਜਾਰੀ is no one's, the pujari is no one's own। He will backstab people to get ahead। Pasha says, I do not know who the pujari will say is singing God's praises in God's court next। With the pujari can make anyone up and can fool the public in that way। ਹੋਰ ਕਿਤੇ ਗਾਵਨ ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ ਵੀ what am I going to do by even talking about those people। ਪਰ ਕਹਿੰਦੇ ਮੈਂ ਇਸ ਵਿਸ਼ੇ ਦੇ ਵੱਲ ਤੁਰਨਾ ਹੀ ਨਹੀਂ ਚਾਹੁੰਦਾ ਕਿਉਂਕਿ ਅਸਲੀਅਤ ਇਹ ਹੈ। in reality it is this, ਵੀ ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਹੀਂ। ਵੀ in reality that law of nature is the only eternal thing in this world, is the only eternal thing in the universe, and true is the wisdom that is connected to that law of nature। ਪਾਤਸ਼ਾਹ ਕਹਿੰਦੇ ਨੇ ਅਸਲੀਅਤ ਇਹ ਹੈ
ਕਿ ਇੱਕੋ ਹੀ ਸਾਹਿਬ ਹੈ ਜਿਹੜਾ ਸੱਚਾ ਹੈ, ਤੇ ਉਹ ਹੈ ਕੁਦਰਤ ਦਾ ਵਿਧਾਨ ਜਿਹੜਾ ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ। ਤੇ ਕਹਿੰਦੇ ਨੇ ਜਿਹੜਾ ਉਹਦਾ ਨਾਮ ਹੈ ਨਾ, ਨਾਮ ਤੋਂ ਭਾਵ ਗਿਆਨ, ਜਿਹੜਾ ਗਿਆਨ ਉਹਨਾਂ ਨਿਯਮਾਂ ਦੇ ਨਾਲ ਸੰਬੰਧਿਤ ਹੈ, ਕਹਿੰਦੇ ਨੇ ਉਹ ਗਿਆਨ ਵੀ ਸਦਾ ਲਈ ਸੱਚਾ ਹੈ ਭੀ ਹੋਸੀ। That law of nature does not go anywhere. It was there, it is there, and it will always be there. ਆ ਜਿਹੜੇ ਲੋਕ ਕਹਿੰਦੇ ਹਨ, ਮੈਨੂੰ ਹਾਸਾ ਬਹੁਤ ਆਉਂਦਾ ਹੈ, ਕਿਉਂਕਿ ਲੋਕ ਕਹਿੰਦੇ ਨੇ ਨਹੀਂ ਤਾਂ ਕੁਦਰਤ ਨੂੰ ਰੱਬ ਮੰਨਦੇ ਜੀ। They say God is nature, ਵੀ nature will one day cease to exist, ਵੀ ਕੁਦਰਤ ਨੇ ਇੱਕ ਦਿਨ ਨਾਸ਼ਵੰਤ ਹੋ ਜਾਣਾ ਹੈ ਜੀ। ਮਤਲਬ ਬਹੁਤ ਵਾਰ ਬੇਨਤੀ ਕਰ ਚੁੱਕੇ ਹਾਂ ਕਿ ਸਾਨੂੰ ਪਤਾ ਕੁਦਰਤ ਨੇ ਨਾਸ਼ਵੰਤ ਹੋ ਜਾਣਾ ਹੈ। ਅਸੀਂ ਕਹਿੰਦੇ ਆ ਉਹ ਨਿਯਮ ਜਿਹੜਾ ਹੈ ਉਹ ਪਹਿਲੋਂ ਵੀ ਸੀ, ਅੱਜ ਵੀ ਹੈ ਤੇ ਹਮੇਸ਼ਾ ਲਈ ਰਹੇਗਾ। ਜਿਨ੍ਹਾਂ ਗ੍ਰਹਿਾਂ ਦੇ ਉੱਤੇ ਕੋਈ ਲਾਈਫ ਨਹੀਂ, ਜਿਨ੍ਹਾਂ ਗ੍ਰਹਿਾਂ ਦੇ ਉੱਤੇ ਜੀਵ ਜੰਤੂ ਨਹੀਂ, ਉਹਨਾਂ ਗ੍ਰਹਿਾਂ ਨੂੰ ਵੀ ਨਿਯਮ ਚਲਾ ਰਿਹਾ ਹੈ। The planets that do not have any life forms, those planets are being run by that God that Guru Nanak Pasha called the law of nature. There is no ਕੁਦਰਤ there, ਉੱਥੇ ਕੋਈ ਕੁਦਰਤ ਨਹੀਂ, ਉੱਥੇ ਦਰਖਤ ਨਹੀਂ, ਉੱਥੇ ਪਸ਼ੂ ਪੰਖੀ ਨਹੀਂ, ਉੱਥੇ ਇਨਸਾਨ ਨਹੀਂ, ਪਰ ਉਹ ਵੀ ਚੱਲ ਰਿਹਾ ਹੈ ਸਾਰਾ ਕੁਝ। ਕਿਉਂ? ਕਿਉਂਕਿ ਵਿਧਾਨ ਦੇ ਮੁਤਾਬਕ ਚੱਲ ਰਿਹਾ ਹੈ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਨਾ ਵੀ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕੋ ਦਾਤਾਰ ਹੈ ਭੀ ਹੋਸੀ, ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤਨੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। From the law of nature so many forms took place। ਕਹਿੰਦੇ ਨੇ ਇੱਕੋ ਜਿਹੇ ਵਿਧਾਨ ਤੋਂ ਪਤਾ ਨਹੀਂ ਤਰ੍ਹਾਂ ਤਰ੍ਹਾਂ ਦੇ ਇਦਾਂ ਜੀਵ ਜੰਤੂ ਪੈਦਾ ਹੋ ਗਏ, ਤਰ੍ਹਾਂ ਤਰ੍ਹਾਂ ਦੇ ਸੁਭਾਅ ਪੈਦਾ ਹੋ ਗਏ। ਇੱਥੇ ਕੋਈ ਮਾਇਆ ਦੇ ਪਿੱਛੇ ਚੱਲ ਰਿਹਾ ਹੈ, ਕੋਈ ਉਹ ਕਰ ਰਿਹਾ ਹੈ, ਕੋਈ ਆਹ ਕਰ ਰਿਹਾ ਹੈ, ਪਰ ਕਹਿੰਦੇ ਨੇ ਸਾਰਾ ਕੁਝ ਹੈ ਉਸ ਵਿਧਾਨ ਦੇ ਥੱਲੇ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਹੁਣ ਤੇ ਫਿਰ ਵੀ ਭੁਲੇਖਾ ਖੜਾ ਹੋ ਗਿਆ। Here question arises, ਵੀ ਗੁਰੂ ਪਾਤਸ਼ਾਹ says ਵੀ ਕਰ ਕਰ ਵੇਖੇ, God created and God is watching। ਹਨਾ ਵੀ ਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਉਹਨੇ ਕੀਤਾ ਸਾਰਾ ਕੁਝ ਤੇ ਉਹ ਦੇਖ ਰਿਹਾ ਹੈ। ਤੇ ਅਗਲੇ ਪਾਸੇ ਆਪਾਂ ਕਹਿੰਦੇ ਵੀ ਨਹੀਂ ਜੀ, ਰੂਪ ਨਾ ਰੇਖ ਨਾ ਰੰਗ ਕੇ ਸ਼ਤਰੈ ਗੁਣ ਤੇ ਪ੍ਰਭ ਭਿੰਨ। And on the other hand we say God is invisible. So what is it? Is he watching everything or is he invisible? ਮਤਲਬ ਇੱਕ ਚੀਜ਼ ਦੇ ਨਾਲ ਸਾਨੂੰ ਸਮਝੌਤਾ ਕਰਨਾ ਪਵੇਗਾ ਹਨਾ ਵੀ ਉਹ ਦੇਖ ਰਿਹਾ ਸਾਰਾ ਕੁਝ, ਜਾਂ ਉਹਦਾ ਰੂਪ ਜਾਂ ਉਹ ਨਿਰਾਕਾਰ ਹੈ। ਪਰ ਨਹੀਂ, ਜੇ ਉਸ ਰੱਬ ਨੂੰ ਮੰਨਣਾ ਹੈ, ਜੇ ਵਿਧਾਨ ਨੂੰ ਮੰਨਣਾ ਹੈ, ਤਾਂ ਦੋਨੋਂ ਹੀ ਹਨ। ਦੇਖ ਵੀ ਰਿਹਾ ਹੈ ਸਾਰਾ ਕੁਝ, ਤਾਂ ਹੈ ਵੀ ਉਹ ਨਿਰਾਕਾਰ ਹੈ। ਉਹ ਕਿਵੇਂ ਭਲਾ? ਕਰ ਕਰ ਵੇਖਿਆ ਕੀਤਾ ਆਪਣਾ। ਹੁਣ ਜਦੋਂ ਵੇਖਿਆ ਦੀ ਗੱਲ ਚੱਲਦੀ ਹੈ ਨਾ, meaning that everything is happening according to that law। ਵੇਖਣ ਤੋਂ ਭਾਵ ਵੀ ਹਰੇਕ ਚੀਜ਼ ਉਹਨਾਂ ਨਿਯਮਾਂ ਦੇ ਅੰਡਰ ਚੱਲਦੀ ਹੈ। ਕਰ ਕਰ ਵੇਖਿਆ ਕੀਤਾ ਆਪਣਾ, ਉਹ ਨਿਯਮ ਹਰੇਕ ਚੀਜ਼ ਦੀ ਪਾਲਣਾ ਕਰ ਰਹੇ ਹਨ। ਜਿਵ ਤਿਸ ਦੀ ਵਡਿਆਈ, ਕਹਿੰਦੇ ਨੇ ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਹਿਣਾ ਜਾਈ। Whatever happens happens according to that law। No one can say we have controlled that law। We can say we want to understand it, we want to live according to it। ਬੰਦਾ ਆਪਣਾ ਹੁਕਮ ਕੁਦਰਤ ਦੇ ਉੱਤੇ ਨਹੀਂ ਚਲਾ ਸਕਦਾ। ਇਹ ਕਹਿ ਸਕਦਾ ਹੈ ਮੈਂ ਨਿਯਮਾਂ ਨੂੰ ਸਮਝਣਾ ਚਾਹੁੰਦਾ ਹਾਂ, ਮੈਂ ਉਹਨਾਂ ਦੇ ਮੁਤਾਬਕ ਰਹਿਣਾ ਚਾਹੁੰਦਾ ਹਾਂ, ਕਿਉਂਕਿ ਉਹ ਸੈੱਟ ਹਨ। ਇੱਕ ਸੈੱਟ ਲਾਅ ਹੈ ਵੀ ਜੇ ਦਰਖਤ ਬੀਜਿਆ ਹੈ, ਜੇ ਪਾਣੀ ਨਹੀਂ ਦਿੱਤਾ, ਜੇ ਜਾਂ ਪਾਣੀ ਵੱਧ ਦਿੱਤਾ ਹੈ ਫਿਰ ਵੀ ਨੁਕਸਾਨ ਹੈ, ਜੇ ਪਾਣੀ ਨਾ ਦਿੱਤਾ ਫਿਰ ਵੀ ਨੁਕਸਾਨ ਹੈ। ਮਤਲਬ ਇੱਕ ਨਿਯਮ ਹੈ। ਬੰਦਾ ਇਹ ਨਹੀਂ ਕਹਿ ਸਕਦਾ ਮੈਂ ਪਾਣੀ ਲਾਉਣਾ ਹਰ ਰੋਜ਼, ਮੈਂ ਇੱਥੇ ਹੁਕਮ ਚਲਾਉਣਾ ਆਪਦਾ, ਨਹੀਂ। ਇੱਕ ਨਿਯਮ ਹੈ ਇੱਕ ਵੀ ਪਾਣੀ ਦਿਓ ਤਾਂ ਵੱਧਦਾ ਜਾਵੇਗਾ, ਤੁਹਾਨੂੰ ਛਾਂ ਵੀ ਦੇਵੇਗਾ, ਤੁਹਾਨੂੰ ਫਲ ਵੀ ਦੇਵੇਗਾ, ਤੇ ਜੇ ਨਾ ਦਿਓ ਫਿਰ ਉਹਨੇ ਨਹੀਂ ਦੇਣਾ, ਕਿਉਂਕਿ ਨਿਯਮ ਹੈ ਇੱਕ। ਇਹ ਨਹੀਂ ਬੰਦਾ ਕਹੇ ਮੈਂ ਕੰਟਰੋਲ ਕਰ ਲਿਆ, ਹੁਣ ਮੇਰੀ ਮਰਜ਼ੀ ਸੀ ਮੈਂ ਪਾਣੀ ਦਿੱਤਾ, ਮੇਰੀ ਮਰਜ਼ੀ ਸੀ ਮੈਂ ਨਹੀਂ ਦਿੱਤਾ। ਨਹੀਂ, ਇਦਾਂ ਨੇ ਸੈੱਟ ਆ ਸਾਰਾ ਕੁਝ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਹਿਣਾ ਜਾਈ। ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ। ਕਹਿੰਦੇ ਨੇ ਨਾਨਕ ਜੀ ਵੀ ਉਹਦੀ ਰਜਾ ਦੇ ਵਿੱਚ ਰਹਿੰਦੇ ਨੇ। ਗੁਰੂ ਪਾਤਸ਼ਾਹ says that I live according to that law of nature। ਪਾਤਸ਼ਾਹ ਕਹਿੰਦੇ ਨੇ ਮੈਂ ਵੀ ਉਹਨਾਂ ਨਿਯਮਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ, ਉਹਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਦਾ ਹਾਂ। ਸੋ ਆਓ
ਇਸ ਕਰਕੇ ਆਓ ਗੁਰਬਾਣੀ ਪੜ੍ਹ ਕੇ ਵਿਚਾਰ ਕੇ ਜ਼ਿੰਦਗੀ ਵਿੱਚ ਲਾਗੂ ਕਰਕੇ ਆਜ਼ਾਦੀ ਨਾਲ ਆਪਣੇ ਫੈਸਲੇ ਆਪ ਲਈਏ। ਲੈਟ ਅਸ ਰੀਡ ਗੁਰਬਾਣੀ, ਲੈਟ ਅਸ ਅੰਡਰਸਟੈਂਡ ਗੁਰਬਾਣੀ, ਲੈਟ ਅਸ ਬ੍ਰਿੰਗ ਗੁਰਬਾਣੀ ਇਨਟੂ ਆਰ ਡੇਲੀ ਲਾਈਵਸ so that we may live a life full of confidence, a life full of freedom, like our Guru Pasha, like our forefathers did before us। ਗੁਰਬਾਣੀ ਪੜ੍ਹ ਕੇ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅੱਜ ਦੀ ਡੇਟ ਵਿੱਚ ਮੇਰੀਆਂ ਜ਼ਿੰਮੇਵਾਰੀਆਂ ਕੀ ਹਨ, ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰੀਏ ਜਿਵੇਂ ਕਿ ਸਾਡੀਆਂ ਪਾਤਸ਼ਾਹਾਂ ਨੇ 500 ਸਾਲ ਪਹਿਲਾਂ ਸਮਾਜ ਨੂੰ, ਦੁਨੀਆ ਨੂੰ ਨਿਭਾ ਕੇ ਵਿਖਾਈਆਂ। ਅੱਜ ਲਈ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੇ ਆ ਜੀ। ਦਿਓ ਇਜਾਜ਼ਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।